ਜਿਹੜਾ ਪਹਿਲਾਂ ਇੱਕਦਮ ਬੀਜੇਪੀ ਤੋਂ ਕਾਂਗਰਸ ਤੋਂ ਬਾਅਦ ਹੁਣ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ। जो कांग्रेस से नाराज़ है तो वो अपनी उत्थे वैल्यू बढ़ा रहा है। सो नाराज़गी तो चल रही है, जे नाराज़गी ना होंदी तो सरकार च हुंदा। ਬੀਜੇਪੀ ਨੂੰ ਛੱਡਣ ਦਾ ਕੀ ਕਾਰਨ ਸੀ? ਕਿਉਂਕਿ ਤੁਹਾਡੇ ਨਾਲ ਰਹੇ ਨੇ, ਤੁਹਾਡੇ ਸਾਥ ਹੀ ਰਹੇ ਨੇ। ਸਾਡੇ ਵੱਲੋਂ ਤਾਂ ਕੋਈ ਗੱਲ ਨਹੀਂ ਹੋਈ ਕਿ ਵੀ ਉਹਦੀ ਨਾਰਾਜ਼ਗੀ ਸੀਗੀ, ਕਿਉਂ ਨਹੀਂ ਉਹ ਮਤਲਬ ਜਿਹੜਾ ਹੈਗਾ ਬੀਜੇਪੀ 'ਚ ਰਹੇ। ਇਸ ਗੱਲ ਦਾ ਪ੍ਰਸ਼ਨ ਉਹਨਾਂ ਕੋਲੋਂ ਉੱਤਰ ਲਓ। ਮਾਈਨਿੰਗ ਦੇ ਵਿੱਚ ਚੌਪਰ ਦੇ ਵਿੱਚ ਦੇਖਿਆ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਤੇ ਕਿਹਾ ਮਾਈਨਿੰਗ ਪਾਲਿਸੀ ਆਏਗੀ, ਲੇਕਿਨ ਚੌਥਾ ਸਾਲ ਸ਼ੁਰੂ ਹੋ ਗਿਆ, ਮਾਈਨਿੰਗ ਪਾਲਿਸੀ ਨਹੀਂ ਆਈ। ਸਤਿ ਸ਼੍ਰੀ ਅਕਾਲ, ਟਰੂ ਸਕੂਪ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਸਾਰੇ ਜਾਣਦੇ ਨੇ ਕਿ ਜਿਵੇਂ ਕਰੋਨਾ ਵਾਇਰਸ ਦਾ ਕਰੋਪ ਵੱਧ ਰਿਹਾ ਹੈ ਤੇ ਉਵੇਂ ਜਿਹੜੀ ਸਿਆਸਤ ਆ ਉਹ ਵੀ ਗਰਮਾ ਰਹੀ ਹੈ। ਚਾਹੇ ਉਹ ਕੋਈ ਲੰਚ ਡਿਪਲੋਮੇਸੀ ਹੋਵੇ, ਚਾਹੇ ਫਿਰ ਕਿਸੇ ਨੂੰ ਮਨਾਉਣਾ ਜਾਂ ਰੁਸਣਾ ਵਾਲਾ ਸਿਸਟਮ ਜਿਹੜਾ ਸਿਆਸਤ ਦੇ ਵਿੱਚ ਨਜ਼ਰ ਆਉਂਦਾ, ਤੇ ਕਿਤੇ ਨਾ ਕਿਤੇ ਅਫਵਾਹਾਂ ਜਿਹੜੀਆਂ ਉਹ ਵੀ ਸਰਗਰਮ ਹੋ ਰਹੀਆਂ ਨੇ ਸੁਰਖੀਆਂ ਵਿੱਚ। ਲਗਾਤਾਰ ਨਵਜੋਤ ਸਿੰਘ ਸਿੱਧੂ ਹੋਰੀ ਬਣੇ ਹੋਏ ਨੇ ਕਿ ਉਹ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਸੋ ਅਸੀਂ ਕਿੰਨਾ ਕਿ ਸੱਚ ਹੈ ਜਾਂ ਕੀ ਲੱਗਦਾ ਹੈ, ਕਿਉਂਕਿ ਪਹਿਲਾਂ ਬੀਜੇਪੀ ਦੇ ਨਾਲ ਸੰਬੰਧ ਰੱਖਣਾ, ਬੀਜੇਪੀ ਤੋਂ ਬਾਅਦ ਕਾਂਗਰਸ ਦੇ ਵਿੱਚ ਜਾਣਾ ਤੇ ਹੁਣ ਤੀਸਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਨੂੰ ਚੁਣਨਾ ਕਿੰਨਾ ਕਿ ਸਹੀ ਹੈ ਤੇ ਕਿੰਨਾ ਕਿ ਨਹੀਂ। ਸੋ ਅਸੀਂ ਮਨੋਰੰਜਨ ਕਾਲੀਆ ਹੋਰਾਂ ਦੇ ਨਾਲ ਗੱਲਬਾਤ ਕਰਨ ਆ ਰਹੇ ਹਾਂ। ਕੀ ਕਹਿਣਾ ਚਾਹੁੰਦੇ ਆ ਸਰ ਕਿ ਜਿਹੜਾ ਪਹਿਲਾਂ ਇੱਕਦਮ ਬੀਜੇਪੀ ਤੋਂ ਕਾਂਗਰਸ ਤੋਂ ਬਾਅਦ ਹੁਣ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ? ਦੇਖੋ, ਇਹਦੇ ਵੈਸੇ ਤਾਂ ਪ੍ਰਸ਼ਨ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਰਨਾ ਬਿਹਤਰ ਹੈ, ਲੇਕਿਨ ਹੈ ਕਿ ਇੱਕ ਤਾਂ ਇਹ ਪੱਖ ਹੈਗਾ ਕਿ ਵੀ ਜਦੋਂ ਕਾਂਗਰਸ 'ਚ ਨਾਰਾਜ਼ ਹੈ ਤਾਂ ਉਹ ਆਪਣੀ ਉੱਥੇ ਵੈਲਿਊ ਵਧਾ ਰਿਹਾ। ਦੂਸਰਾ ਹੈ ਕਿ ਵੀ ਇੱਕ ਆਪਣੀ ਉਹਦੀ ਫਿਤਰਤ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਕਿ ਵੀ ਉਹ ਛੋਟੀ ਗੱਲ ਦੇ ਉੱਤੇ ਪ੍ਰੈਸਟੀਜ ਪੁਆਇੰਟ ਬਣਾਉਂਦੇ ਆ ਔਰ ਫਿਰ ਜਿਹੜਾ ਹੈਗਾ ਨਾਰਾਜ਼ ਕਰਕੇ ਉਹਨੂੰ ਇੱਕ ਆਪਣਾ ਪ੍ਰਤਿਸ਼ਠਾ ਦਾ ਪ੍ਰਸ਼ਨ ਬਣਾਉਂਦੇ ਆ ਔਰ ਫਿਰ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਹੈਗਾ ਕਿ ਵੀ ਉਹ ਗੱਲ ਮਨਾਈ ਜਾਵੇ। ਕਿਉਂਕਿ ਐਸੀ ਸਥਿਤੀ ਕਈ ਵਾਰੀ ਬੀਜੇਪੀ 'ਚ ਵੀ ਆਉਂਦੀ ਰਹੀ ਹੈ ਅਤੇ ਹੁਣ ਇਹ ਹੈਗਾ ਕਿ ਕਾਂਗਰਸ ਨੂੰ ਝੱਲਣੀ ਪੈ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੀ ਮਨ 'ਚ ਹੈ ਇਹ ਤਾਂ ਸਮੇਂ ਦੱਸੇਗਾ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨਾਰਾਜ਼ ਉਹ ਹੁੰਦੇ ਰਹਿੰਦੇ ਨੇ, ਪਰ ਜੇ ਨਾਰਾਜ਼ਗੀ ਦੀ ਗੱਲ ਕਰੀਏ ਤੇ ਕੈਪਟਨ ਸਾਹਿਬ ਨਾਲ ਪਿਛਲੇ ਸਮੇਂ 'ਚ ਵੀ ਉਹ ਬੜਾ ਵਾਰੀ ਨਾਰਾਜ਼ਗੀ ਦੇ ਅਫਵਾਹਾਂ ਉੱਡੀਆਂ ਸੀਗੀਆਂ, ਪਰ ਕੈਪਟਨ ਸਾਹਿਬ ਦੀ ਹਮੇਸ਼ਾ ਸਟੇਟਮੈਂਟ ਇਹ ਆਈ ਹੈ ਕਿ ਮੈਂ ਤੇ ਨਵਜੋਤ ਸਾਡੇ ਦੋਨਾਂ ਦਰਮਿਆਨ ਜਾਂ ਕਾਂਗਰਸ ਦੇ ਦਰਮਿਆਨ ਕੋਈ ਨਾਰਾਜ਼ਗੀ ਨਹੀਂ ਹੈ, ਜੇ ਲੱਗਦੀ ਹੈ ਤੇ ਸਿੱਧੂ ਆ ਕੇ ਮੇਰੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦਾ। ਗੱਲ ਇਹ ਹੈ ਕਿ ਲੋਕਲ ਬਾਡੀਜ਼ ਮਿਨਿਸਟਰ ਸੀ, ਠੀਕ ਹੈ, ਤੁਸੀਂ ਨੁਕਤਾਚੀਨੀ ਕਰਨੀ ਬਹੁਤ ਸੌਖੀ ਆ, ਕੰਮ ਕਰਨਾ ਬਹੁਤ ਔਖਾ ਹੈ। ਤਾਂ ਉਸ ਤੋਂ ਬਾਅਦ ਉੱਥੇ ਨਾਰਾਜ਼ਗੀ ਦੇ ਕਾਰਨ ਅਲਟੀਮੇਟਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੱਢਣਾ ਪਿਆ ਜਾਂ ਉਹਨੇ ਰਿਜ਼ਾਈਨ ਦਿੱਤਾ। ਸੋ ਨਾਰਾਜ਼ਗੀ ਤਾਂ ਚੱਲ ਰਹੀ ਹੈ, ਜੇ ਨਾਰਾਜ਼ਗੀ ਨਾ ਹੁੰਦੀ ਤਾਂ ਉਹ ਸਰਕਾਰ 'ਚ ਹੁੰਦਾ। ਸੋ ਇਸ ਗੱਲ ਦਾ ਕਹਿਣਾ ਕਿ ਵੀ ਉਹ ਨਾਰਾਜ਼ ਨਹੀਂ ਹੈ, ਐਸਾ ਨਹੀਂ ਹੈ ਜੀ। ਇੱਕ ਪਾਸੇ ਉਹਨਾਂ ਨੇ ਇੱਕ ਆਪਣਾ YouTube ਚੈਨਲ ਬਣਾਇਆ ਜਿੱਤੇਗਾ ਪੰਜਾਬ, ਤੇ 18 ਮਾਰਚ ਨੂੰ ਉਹਨਾਂ ਦੀ ਸੈਕਿੰਡ ਵੀਡੀਓ ਪੈਂਦੀ ਹੈ ਤੇ ਉਹ ਵੀਡੀਓ ਦੇ ਵਿੱਚ ਇੱਕ ਧਰਮ ਯੁੱਧ ਦਾ ਐਲਾਨ ਕਰਦੇ ਨੇ, ਪਰ ਕੈਪਟਨ ਸਾਹਿਬ ਕਹਿੰਦੇ ਕੋਈ ਲੜਾਈ ਨਹੀਂ ਹੈ। ਚਾਹੇ ਉਹਨਾਂ ਦੇ ਵਿਧਾਇਕ ਹੋਰ ਵੀ ਨੇ, ਉਹ ਵੀ ਕਹਿੰਦੇ ਕਿ ਸਾਡੀ ਕੋਈ ਲੜਾਈ ਨਹੀਂ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਮੁੜ ਲੀਹਾਂ ਤੇ ਆਉਣਾ ਚਾਹੀਦਾ। ਦੇਖੋ, ਗੱਲ ਇਹ ਹੈ ਕਿ ਧਰਮ ਯੁੱਧ ਕਹਿਣਾ ਇਹ ਆਪਣੇ ਆਪ ਮੈਂ ਕਹਾਂਗਾ ਕਿ ਹਰ ਇੱਕ ਦਾ ਇੱਕ ਕਿਸੇ ਚੀਜ਼ ਨੂੰ ਪਰਿਭਾਸ਼ਿਤ ਕਰਨ ਦਾ ਜਿਹੜਾ ਤਰੀਕਾ ਹੈਗਾ। ਸੋ ਨਵਜੋਤ ਸਿੰਘ ਸਿੱਧੂ ਨਹੀਂ ਕਹਿੰਦੇ ਕਿ ਵੀ ਮੈਂ ਧਰਮ ਯੁੱਧ ਹੈ, ਕਿਉਂਕਿ ਹਰ ਇੱਕ ਵਿਅਕਤੀ ਕਹਿੰਦਾ ਕਿ ਬਈ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ, ਤਾਂ ਅਲਟੀਮੇਟਲੀ ਪੀਪਲ ਆਰ ਟੂ ਅਸੈਸ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਹਦੇ ਲਈ ਧਰਮ ਯੁੱਧ ਕਰ ਰਹੇ ਆ, ਕਿਉਂ ਕਰ ਰਹੇ ਆ, ਤਾਂ ਗੱਲ ਤਾਂ ਅਸਲ ਦੇ ਵਿੱਚ ਹੈਗੀ ਹੈ ਕਿ ਰਾਜਨੀਤਿਕ ਵੀ ਕੋਈ ਨਾ ਕੋਈ ਕੁਰਸੀ ਮਿਲੇ। ਗੱਲ ਤਾਂ ਇਸੇ ਗੱਲ ਦੀ ਹੈ। ਸੋ ਇਸ ਲਈ ਉਹ ਧਰਮ ਯੁੱਧ ਕਾਹਦੇ ਲਈ ਹੈ ਕਿ ਤੁਸੀਂ ਕੁਰਸੀ ਦਾ ਯੁੱਧ ਕਰ ਰਹੇ ਹੋ ਕਿ ਲੱਗਦਾ ਹੈ ਕਿ ਹੁਣ ਇਹ ਵੀ ਅਫਵਾਹ ਆ ਰਹੀ ਹੈ ਕਿ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਸਾਹਮਣੇ ਰੱਖਣਗੇ, ਜੇ ਉਹ ਐਕਸੈਪਟੇਬਲ ਹੁੰਦੀਆਂ ਨੇ ਤੇ ਫਿਰ ਉਹ ਸ਼ਾਇਦ ਬਹੁਤ ਜਲਦ ਜਿਹੜੀ ਆਮ ਆਦਮੀ ਪਾਰਟੀ ਦੇਖੋ ਇਹ ਹੋ ਸਕਦਾ ਹੈ। ਬਾਕੀ ਇਹ ਹੈਗਾ ਕਿ ਵੀ ਉਹਨਾਂ ਨੂੰ ਜਿਹੜੀਆਂ ਅੱਗੇ ਵੀ, ਕਿਉਂਕਿ ਇਹ ਗੱਲਾਂ ਪਹਿਲਾਂ ਵੀ ਆਈਆਂ ਸੀਗੀਆਂ, ਕਿਉਂਕਿ ਪਹਿਲਾਂ ਇਹਨਾਂ ਨੇ ਇੱਕ ਪਾਰਟੀ ਵੀ ਬਣਾਈ ਸੀਗੀ, ਫਿਰ ਇਹ ਕਾਂਗਰਸ 'ਚ ਚਲੇ ਗਏ,
ਹੁਣ ਇਹ ਹੈਗਾ ਕਿ ਉਸ ਤੋਂ ਪਹਿਲਾਂ ਵੀ ਜਦੋਂ ਆਪਣਾ ਬੀਜੇਪੀ ਛੱਡੀ ਹੈ ਤੇ ਪਹਿਲਾਂ ਆਮ ਆਦਮੀ ਪਾਰਟੀ 'ਚ ਜਾਣ ਦੀ ਬੀਜੇਪੀ ਨੂੰ ਛੱਡਣ ਦਾ ਕੀ ਕਾਰਨ ਸੀ? ਕਿਉਂਕਿ ਤੁਹਾਡੇ ਨਾਲ ਰਹੇ ਨੇ, ਤੁਹਾਡੇ ਸਾਥੀ ਰਹੇ ਨੇ। ਦੇਖੋ ਜਿਹੜੀ ਗੱਲ ਹੈ ਨਾ ਕਿ ਵੀ ਉਦੋਂ ਵੀ ਸੀਗਾ ਕਿ ਵੀ ਆਮ ਆਦਮੀ ਪਾਰਟੀ 'ਚ ਜਾਣ ਦਾ ਹੈਗਾ। ਹੁਣ ਸਵਾਲ ਹੈਗਾ ਕਿ ਵੀ ਬੀਜੇਪੀ ਦਾ ਕਿਉਂ ਛੱਡਿਆ? ਇਹ ਤਾਂ ਬਿਹਤਰ ਹੈ ਕਿ ਉਹਨੂੰ ਪੁੱਛੋ। ਸਾਡੇ ਵੱਲੋਂ ਤਾਂ ਕੋਈ ਗੱਲ ਨਹੀਂ ਹੋਈ ਕਿ ਵੀ ਉਹਦੀ ਨਾਰਾਜ਼ਗੀ ਕੀ ਨਾਰਾਜ਼ਗੀ ਸੀਗੀ, ਕਿਉਂ ਨਹੀਂ ਉਹ ਮਤਲਬ ਜਿਹੜਾ ਹੈਗਾ ਬੀਜੇਪੀ 'ਚ ਰਹੇ। ਇਸ ਗੱਲ ਦਾ ਪ੍ਰਸ਼ਨ ਉਹਨਾਂ ਕੋਲੋਂ ਉੱਤਰ ਲਓ ਸਗੋਂ ਮੈਂ ਕਹਾਂਗਾ। ਜ਼ਿਕਰ ਆ ਰਿਹਾ ਹੈ ਕਿ ਥੋੜੇ ਦਿਨਾਂ ਤੋਂ ਇੱਕ ਸਾਂਝਾ ਮੋਰਚਾ ਜਿਹੜਾ ਬੀਜੇਪੀ ਤੇ ਅਕਾਲੀ ਦਲ ਵੱਲੋਂ ਸਟਾਰਟ ਕੀਤਾ ਜਾ ਰਿਹਾ ਹੈ। 5600 ਕਰੋੜ ਸ਼ਰਾਬ ਘੁਟਾਲਾ, ਰਾਸ਼ਨ ਘੁਟਾਲਾ ਤੇ ਜਿਹੜਾ ਇੱਕ ਬੀਜ ਘੁਟਾਲਾ ਹੋਇਆ ਉਹਨੂੰ ਲੈ ਕੇ, ਤੇ ਦੂਸਰੇ ਪਾਸੇ ਸਟੇਟਮੈਂਟ ਵੀ ਦਿੱਤੀ ਜਾ ਰਹੀ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਜਿਹੜਾ ਮੁੱਖ ਸਕੱਤਰ ਸੀਗਾ ਕੈਪਟਨ ਸਾਹਿਬ ਦਾ ਕਰਨ ਅਵਤਾਰ ਸਿੰਘ, ਕਿ ਜਿਹੜੇ ਇਹਨਾਂ ਦੇ ਮਿਨਿਸਟਰਸ ਦੇ ਨਾਲ ਆਪਸ ਦੇ ਵਿੱਚ ਲੰਚ ਡਿਪਲੋਮੇਸੀ ਦਾ ਜਿਹੜਾ ਇਹਨਾਂ ਨੇ ਸਿਸਟਮ ਕੀਤਾ ਸੀ, ਸਮਝੌਤਾ ਹੋ ਗਿਆ ਕਿ ਉਹ ਇਸ ਚੀਜ਼ ਨੂੰ ਪਰਦਾ ਪਾਉਣ ਦੇ ਲਈ ਜਾਂ ਇਸ ਚੀਜ਼ ਨੂੰ ਕਿ ਹਾਈਲਾਈਟ ਨਾ ਹੋਵੇ ਘੁਟਾਲਾ, ਉਹਦੇ ਕਰਕੇ ਕੀਤਾ ਗਿਆ। ਦੇਖੋ ਗੱਲ ਹੈ ਕਿ ਅੱਜ ਜਿਹੜੀ ਸਿੱਟ ਬਣਾਈ ਹੈ ਉਹ ਬਹੁਤ ਕੁਝ ਕਹਿੰਦੀ ਹੈ, ਕਿਉਂਕਿ ਤੁਸੀਂ ਜਿਹੜੀ ਆਪਣਾ ਸੀਡ ਸਕੈਮ ਤੇ ਬਣਾਈ ਹੈ ਉਹ ਪੁਲਿਸ ਦੇ ਵੱਡੇ ਅਫਸਰਸ ਹੈ, ADGP ਲੈਵਲ ਦੇ ਹੈਗੇ ਆ, ਤੇ ਉਹਨੂੰ ਜਿਹੜਾ ਹੈਗਾ ਇੱਕ ਸੀਡ ਸਕੈਮ ਲਈ, ਤੇ ਜਿੱਥੇ ਤੁਸੀਂ ਹੈਗਾ ਕਿ ਵੀ 5600 ਕਰੋੜ ਰੁਪਏ ਦਾ ਘੁਟਾਲਾ ਹੈ ਜੀ, ਉੱਥੇ ਤੁਸੀਂ ਜਿਹੜਾ ਹੈਗਾ ਇੱਕ ਮਿਨਿਸਟਰ ਨੂੰ ਜਿਹੜਾ ਹੈੱਡ ਕਰਨ ਨਹੀਂ ਲਗਾ ਦਿੱਤਾ ਹੈਗਾ ਸੁਖ ਸਰਕਾਰੀਆ ਨੂੰ। ਸਵਾਲ ਇਹ ਹੈਗਾ ਕਿ ਪਹਿਲੀ ਗੱਲ ਤਾਂ ਜਿਹੜੇ ਅਫਸਰਸ ਹੈਗੇ ਆ ਉਹਨਾਂ ਦਾ ਵੀ ਹਾਲੇ ਕਹੀ ਕਿ ਸਾਨੂੰ ਅਸੀਂ ਗੱਲ ਦਾ ਵਿਸ਼ਵਾਸ ਨਹੀਂ ਹੈ ਇਸ ਗੱਲ ਉੱਤੇ ਕਿ ਵੀ ਇਹਦੇ ਲਈ ਕੋਰਟ ਮੋਨੀਟਰਡ ਇਨਕੁਆਇਰੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ। ਕਿਉਂ ਕਿ ਜਿਹੜੇ 3 ਮਹਿਕਮੇ ਜਿਨ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਵਾਬਸਤਾ ਹੈ ਉਹ ਮੁੱਖ ਮੰਤਰੀ ਕੋਲ ਹੈ। ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ, ਆਪਣਾ ਐਗਰੀਕਲਚਰ ਡਿਪਾਰਟਮੈਂਟ ਔਰ ਹੋਮ ਡਿਪਾਰਟਮੈਂਟ। ਔਰ ਫਿਰ ਇਹ ਹੈਗਾ ਕਿ ਜਿਨ੍ਹਾਂ ਨੇ ਪੁਲਿਸ ਨੇ ਮੰਨਿਆ ਕਿ ਬਈ ਅਮਰੀਕ ਸਿੰਘ ਜਿਹੜੇ ਇਸ ਇਲੀਗਲ ਡਿਸਟਿਲਰੀ ਦੇ ਵਿੱਚ ਜਿਹੜਾ ਹੈਗਾ ਉਹ ਇਨਵੋਲਵਡ ਹੈਗਾ, ਉਹਦੀ ਗ੍ਰਿਫਤਾਰੀ ਨਹੀਂ ਹੋਈ, ਉਹਦੀ ਹਾਲੇ ਬੇਲ ਐਪਲੀਕੇਸ਼ਨ ਰਿਜੈਕਟ ਹੋ ਗਈ। ਇਸੇ ਤਰ੍ਹਾਂ ਲੱਕੀ ਢਿੱਲੋਂ ਹੈ ਸੀਡ ਸਕੈਮ ਦੇ ਵਿੱਚ, ਉਹਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਸਵਾਲ ਹੈ ਦੇ ਆਰ ਬੀਟਿੰਗ ਅਬਾਊਟ ਦਾ ਬੁਸ਼, ਸੋ ਕੁਛ ਤਾਂ ਹੈ ਜਿਸकी ਪਰਦਾਦਾਰੀ ਹੈ। ਸੋ ਉਸ ਨਾਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪ੍ਰਸ਼ਨ ਚਿੰਨ੍ਹ ਖੜੀਆਂ ਕਰਦੀਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ 'ਤੇ ਕਿ ਡਿਪਾਰਟਮੈਂਟ ਤੁਹਾਡੇ ਕੋਲ, ਤੁਹਾਡੇ ਜਾਂ ਤਾਂ ਅਫਸਰ ਐਡੇ ਨਲਾਇਕ ਸੀਗੇ ਕਿ ਜਿਨ੍ਹਾਂ ਨੇ ਦੱਸਿਆ ਨਹੀਂ, ਤੇ ਜਾਂ ਉਹਨਾਂ ਦੀ ਮਿਲੀ ਭੁਗਤ ਸੀਗੀ, ਤੇ ਜਾਂ ਜੇ ਕਿਸੇ ਨੇ ਉੱਤੋਂ ਇਸ਼ਾਰਾ ਹੋਇਆ ਤੇ ਉੱਪਰ ਕੌਣ ਹੈ? ਉੱਪਰ ਤਾਂ ਮੁੱਖ ਮੰਤਰੀ ਕੋਲ ਮਹਿਕਮਾ। ਤਾਂ ਸਵਾਲ ਹੈ ਕਿ ਆਪਣੇ ਆਪ ਨੂੰ ਇਹਦੇ ਵਿੱਚ ਪਾਕ ਸਾਫ਼ ਦੱਸਣ ਦੇ ਲਈ ਕਿ ਵੀ ਮੇਰੀ ਕੋਈ ਇਨਵੋਲਵਮੈਂਟ ਨਹੀਂ ਹੈ, ਬਿਹਤਰ ਹੁੰਦਾ ਕਿ ਕੋਰਟ ਮੋਨੀਟਰ ਇਨਕੁਆਇਰੀ ਹੁੰਦੀ। ਲੇਕਿਨ ਇਹ ਸਾਰੀਆਂ ਗੱਲਾਂ ਜਿਹੜੀਆਂ ਦੈਟ ਆਰ ਬੀਇੰਗ ਬ੍ਰਸ਼ਡ ਅੰਡਰ ਦਾ ਕਾਰਪੇਟ। ਔਰ ਉਸੇ ਤਰ੍ਹਾਂ ਹੀ ਹੈਗੀਆਂ ਜਿੱਦਾਂ ਮਾਈਨਿੰਗ ਦੇ ਵਿੱਚ ਚੌਪਰ ਦੇ ਵਿੱਚ ਦੇਖਿਆ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਤੇ ਕਿਹਾ ਮਾਈਨਿੰਗ ਪਾਲਿਸੀ ਆਏਗੀ, ਲੇਕਿਨ ਚੌਥਾ ਸਾਲ ਸ਼ੁਰੂ ਹੋ ਗਿਆ ਮਾਈਨਿੰਗ ਪਾਲਿਸੀ ਨਹੀਂ ਆਈ ਹੈ ਜੀ। ਸੋ ਇਸ ਲਈ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਇਹ ਮਿਲੀ ਭੁਗਤ ਦਾ ਸਾਰੀ ਚੀਜ਼ਾਂ ਇਸ਼ਾਰਾ ਕਰਦਾ। ਕਾਲੀਆ ਜੀ ਕੀ ਕਹਿਣਾ ਚਾਹੁੰਦੇ, ਕਿਉਂਕਿ ਬਹੁਤ ਸਾਰੇ ਰੋਜ਼ਗਾਰ ਬੱਚਿਆਂ ਦਾ ਫਿਰ ਦੁਬਾਰਾ ਰੋਜ਼ਗਾਰ ਖੋਲ੍ਹਿਆ ਗਿਆ, ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਕਿ ਉਹਨਾਂ ਦੇ ਲਈ ਸਰਕਾਰ ਉਪਰਾਲਾ ਕਰ ਰਹੀ ਹੈ, ਕਹਿ ਰਹੇ ਨੇ ਕਿ ਕੈਪਟਨ ਸਾਹਿਬ ਉਹਨਾਂ ਨੂੰ ਦੁਬਾਰਾ ਨੌਕਰੀਆਂ ਦੇਣਗੇ, ਦੁਬਾਰਾ ਉਹਨਾਂ ਦਾ ਸਿਸਟਮ ਜਿਹੜਾ ਉਹ ਦੁਬਾਰਾ ਹੋਏਗਾ, ਇਕਨੋਮੀ ਦੁਬਾਰਾ ਠੀਕ ਹੋਏਗੀ। 3 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ। ਕਿ ਲੱਗਦਾ ਕਿ ਹੁਣ ਜਿਹੜੇ 2 ਸਾਲ ਇਹਨਾਂ ਤੋਂ ਬਚੇ ਨੇ ਕਿ ਉਹਦੇ ਦੌਰਾਨ ਸਾਰੀਆਂ ਚੀਜ਼ਾਂ, ਕਿਉਂਕਿ ਇਹਨਾਂ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਨਜ਼ਰੀਆ ਹੋਣਾ ਚਾਹੀਦਾ ਹਰ ਚੀਜ਼ ਦਾ ਦੇਖਣ ਦਾ, ਵੀ ਜਦੋਂ ਜਾਗੋ ਤਭੀ ਸਵੇਰਾ। ਦੇਖੋ ਐਸਾ ਹੈ ਕਿ ਵੀ ਇਹਨਾਂ ਨੇ ਮੈਨੀਫੈਸਟੋ 'ਚ ਲਿਖਿਆ ਸੀ ਆਪਣੇ 2017 ਦੇ ਇਲੈਕਸ਼ਨਸ ਦੇ ਵਿੱਚ ਕਿ ਹਰ ਘਰ ਨੌਕਰੀ ਦੇਵਾਂਗੇ, ਹਰ ਇੱਕ ਯੂਥ ਨੂੰ ਮੋਬਾਈਲ ਦੇਵਾਂਗੇ। ਨਾ ਮੋਬਾਈਲ ਮਿਲੇ ਨਾ ਨੌਕਰੀਆਂ ਮਿਲੀਆਂ, ਤੇ ਹੁਣ ਚੌਥਾ ਸਾਲ ਹੈ, ਹੁਣ 5ਵੇਂ ਸਾਲ 'ਚ ਕੀ ਕਰਨਾ ਹੈਗਾ? ਫਿਰ ਇਹਦਾ ਕਾਲੀਆ ਜੀ ਇੱਥੇ ਹੀ ਗੱਲ ਸਟਾਰਟ ਹੋ ਜਾਂਦੀ। ਤੁਸੀਂ ਜ਼ਿਕਰ ਕਰ ਲਿਆ ਹੁਣ ਕਿ ਇਹਨਾਂ ਨੇ ਨੌਕਰੀਆਂ ਦਾ ਕਿਹਾ ਸੀ, ਸਾਰੀਆਂ ਚੀਜ਼ਾਂ ਦਾ, ਕਿ ਕਿਤੇ ਨਾ ਕਿਤੇ ਨਾਕਾਮਯਾਬ ਰਹੀਆਂ। ਪਰ ਜੇ ਦੇਖਿਆ ਜਾਵੇ ਤਾਂ ਸੈਂਟਰਲ ਗਵਰਨਮੈਂਟ ਨੇ ਵੀ ਬੜੇ ਸਾਡੇ ਨੇ ਵਾਅਦੇ ਕੀਤੇ ਸੀਗੇ, ਬਹੁਤ ਸਾਰੇ ਇਹੋ ਜਿਹੀਆਂ ਉਪਰਾਲੇ ਕੀਤੇ ਸੀ, ਲੋਕਾਂ ਨੇ ਬੜੇ ਆਸ ਲਗਾ ਕੇ ਮੋਦੀ ਸਾਹਿਬ ਨੂੰ ਵੀ ਜਿਹੜਾ ਪ੍ਰਾਈਮ ਮਿਨਿਸਟਰ ਬਣਾਇਆ ਸੀ। ਦੇਖੋ ਐਸਾ ਹੈ ਕਿ ਜੇ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗੱਲ ਕਰੀਏ, ਦੂਸਰੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਇਆ ਹੈ ਜੀ। ਔਰ ਇਸ ਸਾਲ ਨੂੰ ਜਿਹਦੇ 'ਚ ਉਪਲਬਧੀਆਂ ਮੈਂ ਇੱਕ ਵਾਕਿਆ 'ਚ ਕਹਿਣੀਆਂ ਹੋਵਾਂ ਤਾਂ ਮੈਂ ਕਹਾਂਗਾ ਕਿ ਨਿਰਣਾਇਕ ਪ੍ਰਧਾਨ ਮੰਤਰੀ ਨੇ, ਜਿਨ੍ਹਾਂ ਦੀ ਨਿਰਣਾਇਕਤਾ ਦਾ ਲੋਹਾ ਪੂਰੀ ਦੁਨੀਆ 'ਚ ਮੰਨਿਆ। ਉਹਨਾਂ ਨੇ ਦੇਸ਼ ਦੀ ਏਕਤਾ ਭੂਗੋਲਿਕ ਰੂਪ ਦੇ ਵਿੱਚ ਔਰ ਸਾਂਸਕ੍ਰਿਤਿਕ ਰੂਪ ਦੇ ਵਿੱਚ ਤਥਾ ਸੁਰੱਖਿਆ ਦੇਸ਼ ਦੀ ਆਂਤਰਿਕ ਔਰ ਬਾਹਰੀ 1 ਸਾਲ ਦੇ ਵਿੱਚ ਮਜ਼ਬੂਤ ਕੀਤੀ ਹੈ। ਪਰ ਸਟੇਟ ਗਵਰਨਮੈਂਟ ਨੂੰ ਨਹੀਂ ਲੱਗ ਰਿਹਾ, ਕਿਉਂਕਿ
ਸਟੇਟ ਗਵਰਨਮੈਂਟ ਦੇ ਕੋਲ ਫੰਡ ਨਹੀਂ ਆਇਆ ਕੋਰੋਨਾ ਵਾਇਰਸ ਨੂੰ ਲੈ ਕੇ। ਮੇਰੀ ਗੱਲ ਪੂਰੀ ਤਾਂ ਹੋ ਲੈਂਦੇ ਹੋ, ਹਾਲੇ ਮੇਰੀ ਗੱਲ ਪੂਰੀ ਨਹੀਂ ਹੋਈ। ਤੁਸੀਂ ਜਰਾ ਮੈਨੂੰ ਪੂਰੀ ਤਰ੍ਹਾਂ ਗੱਲ, ਮੇਰਾ ਹਾਲੇ ਸੈਂਟੈਂਸ ਐਕਸਪਲੇਨ ਕਰਨ ਲੱਗਾ। ਹੁਣ ਇਹ ਹੈਗਾ ਭੂਗੋਲਿਕ ਰੂਪ ਦੇ ਵਿੱਚ 370 ਤਾਰਾ 35 ਇਹ ਨਿਰਸਤ ਕਰਕੇ J&K ਨੂੰ ਔਰ ਲਦਾਖ ਨੂੰ UT ਬਣਾ ਕੇ ਉਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਭੂਗੋਲਿਕ ਰੂਪ ਦੇ ਵਿੱਚ ਮਜ਼ਬੂਤ ਕੀਤੀ ਹੈ। ਜੀ सांस्कृतिक तौर के उत्ते राम मंदिर का निर्माण का शुरू होना और अंतरिक सुरक्षा जी हैगी है कि भी अमेंडमेंट करके जी अपना अनलॉफुल एक्टिविटीज़ एक्ट हैगा ਉਹਦੇ ਵਿੱਚ ਕਿ ਵੀ ਕਿਸੇ ਨੂੰ ਟੈਰਰਿਸਟ ਜਿਹੜੇ ਹੈਗੇ ਜਿਹੜੇ ਇੱਥੇ ਡੋਰਮੈਂਟ ਯੂਨਿਟਸ ਚੱਲਦੇ ਸੀਗੇ ਉਹਨਾਂ ਨੂੰ ਘੋਸ਼ਿਤ ਕਰ ਸਕਦੇ ਆ। ਔਰ ਬਾਹਰੀ ਸੁਰੱਖਿਆ ਜਿਹੜੀ ਹੈਗੀ ਹੈ ਤੁਸੀਂ ਦੇਖੋ ਕਿ ਚੀਫ ਆਫ ਡਿਫੈਂਸ ਸਟਾਫ ਇਹਦਾ ਨਿਯੁਕਤੀ ਹੋਈ ਹੈ। ਉਹਦੇ ਨਾਲ ਕੀ ਹੈਗਾ ਕਿ ਵੀ ਤਿੰਨੋਂ ਸਾਡੀਆਂ ਸੈਨਾਵਾਂ ਜਿਹੜੀਆਂ ਇਕੱਠੇ ਬੈਠ ਕੇ ਸਟ੍ਰੈਟੇਜਾਈਜ਼ ਕਰ ਸਕਦੀਆਂ। ਔਰ ਉਹਦਾ ਅਸਰ ਇਹ ਹੈਗਾ ਕਿ ਚੀਨ ਦੇ ਵਿੱਚ ਅੱਜ ਜੋ ਉਹਨਾਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਮਿਰਰ ਡਿਪਲੋਇਮੈਂਟ ਹੋਈ ਹੈ ਕਿ ਵੀ ਉੱਥੇ ਜਿਹੜਾ ਹੈਗਾ ਮਿਰਰ ਡਿਪਲੋਇਮੈਂਟ ਦਾ ਕੀ ਅਰਥ ਹੈਗਾ ਕਿ ਜਿੱਦਾਂ ਸ਼ੀਸ਼ੇ 'ਚ ਵਿਅਕਤੀ ਦੇਖਦਾ ਉਹਦਾ ਪ੍ਰਤੀਬਿੰਬ ਨਜ਼ਰ ਆਉਂਦਾ ਤਾਂ ਜੋ ਕੁਝ ਮੂੰਹ ਬਣਾਏਗਾ ਤੇ ਸ਼ੀਸ਼ੇ 'ਚ ਵੀ ਮੂੰਹ ਬਣਾਏਗਾ। ਉਸੇ ਤਰ੍ਹਾਂ ਜੋ ਕੁਝ ਚਾਈਨਾ ਕਰੇਗਾ ਜੇ ਉੱਥੇ 10 ਫੌਜੀ ਹੈ ਤੇ 10 ਲਗਾਉਣਗੇ, ਜੇ ਉੱਥੇ 10 ਤੋਪਾਂ ਹੈ ਤੇ 10 ਇੱਧਰ ਲੱਗਣਗੀਆਂ। ਸੋ ਅੱਜ ਉਹ ਇੰਡੀਆ ਨਹੀਂ ਹੈਗਾ ਜਿਹੜਾ 1962 'ਚ ਸੀਗਾ। ਔਰ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਜਿਸ ਢੰਗ ਦੇ ਨਾਲ ਆਤੰਕਵਾਦ ਫੈਲਾਉਣ ਦਾ, ਕਿਉਂਕਿ ਪੰਜਾਬ ਨੇ ਸੰਤਾਪ ਭੋਗਿਆ ਹੈਗਾ 10 ਸਾਲ। ਸੋ ਉਹਨਾਂ ਅੱਜ ਜੰਮੂ ਕਸ਼ਮੀਰ ਦੇ ਵਿੱਚ UT ਬਣਾਉਣ ਦੇ ਨਾਲ ਹੁਣ ਸਿੱਧਾ ਕੰਟਰੋਲ ਹੋਣ ਦੇ ਨਾਲ ਜਿਹੜੀ ਲੜਾਈ ਜਿਹੜੀ ਹੈਗੀ ਆ ਪੂਰੀ ਖੁੱਲ੍ਹ ਕੇ ਟਿਟ ਫॉर ਟੈਟ ਜਿਹੜੀ ਹੈਗੀ ਹੈ ਕੀਤੀ ਆ। ਔਰ ਤੁਸੀਂ ਇਹ ਦੇਖੋ ਕਿ ਵੀ ਜਿਹੜਾ ਬਾਲਾਕੋਟ ਸਟ੍ਰਾਈਕ ਹੈਗਾ ਉਹ ਜਿਹੜਾ ਹੈਗਾ ਸਹੀ ਨਿਰਣੇ ਸੀਗਾ ਇਮੀਡੀਏਟ ਟਿਟ ਫॉर ਟੈਟ। ਔਰ ਇਸੇ ਤਰ੍ਹਾਂ ਜਿਹੜਾ ਨਿਰਣਾਇਕ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਉਹਦੇ 'ਚ ਹੈਗਾ ਕਿ ਵੀ ਕੋਵਿਡ ਜਿਹੜਾ ਜਦੋਂ ਯਕਦਮ ਲਾਕਡਾਊਨ ਕੀਤਾ ਕਿ ਵੀ ਤਾਂ ਜੋ ਸਾਡੇ ਕੋਲ ਤਿਆਰੀ ਨਹੀਂ ਸੀ ਅਸੀਂ ਉਹਨੂੰ ਤਿਆਰੀ ਕਰਨ ਦੇ ਲਈ ਹੁਣ PP ਕਿਟਸ ਅਵੇਲੇਬਲ ਹੈਗੀਆਂ, ਟੈਸਟਿੰਗ ਜਿਹੜੀ ਹੈਗੀ ਫੈਸਿਲਿਟੀਜ਼ ਅਵੇਲੇਬਲ ਹੈਗੀਆਂ, ਲੋਕਾਂ ਨੂੰ ਸਮਝ ਆ ਗਈ ਹੈ ਕਿ ਵੀ ਮਾਸਕ ਪਹਿਨਣਾ, ਤੁਸੀਂ ਜਿਹੜਾ ਦੂਰੀ ਰੱਖਣੀ ਹੈ, ਸੋਸ਼ਲ ਡਿਸਟੈਂਸ ਰੱਖਣਾ ਹੈਗਾ। ਸੋ ਉਹ ਆਉਣ ਵਾਲੇ ਸਮੇਂ ਤੱਕ ਸਾਨੂੰ ਇਹ ਲਾਈਫ ਸਟਾਈਲ ਅਪਣਾਉਣਾ ਪਏਗਾ। ਜਿੱਦ ਤੱਕ ਸਵਾਲ ਹੈ ਅਰਥ ਵਿਵਸਥਾ ਨੂੰ ਢਾਹ ਲੱਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਉਹ ਕੇਂਦਰ ਦੀ ਅਰਥ ਵਿਵਸਥਾ ਨੂੰ ਵੀ ਲੱਗਾ, ਸਰਕਾਰ ਦੇ ਲੱਗਾ ਔਰ ਇੰਡੀਆ ਦੇ ਪੂਰੇ ਲੱਗਾ, ਪ੍ਰਦੇਸ਼ਾਂ ਦੀ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਵੀ ਲੱਗਾ ਹੈ। ਲੇਕਿਨ ਇਹਨੇ ਫੰਡ ਪਹੁੰਚਾਇਆ ਜਾਂ ਨਹੀਂ ਮੈਂ ਦੇਖੋ ਗੱਲ ਇਹ ਹੈਗਾ ਕਿ ਆਪਾਂ ਕਹੀਏ ਕਿ ਵੀ ਜਦ ਅਰਥ ਵਿਵਸਥਾ ਪੂਰੀ ਭਾਰਤੀ ਜਨਤਾ ਦੇਸ਼ ਦੀ ਅਰਥ ਵਿਵਸਥਾ ਨੂੰ ਜਿਹੜਾ ਢਾਹ ਲੱਗੀ ਹੈ ਤਾਂ ਕੇਂਦਰ ਦੀ ਸਰਕਾਰ ਵੀ ਸ਼ਾਮਿਲ ਹੈ। ਉਹਦੇ ਵਿੱਚੋਂ ਜੋ ਕੁਝ ਬਣ ਪਾਇਆ ਉਹਨਾਂ ਨੇ ਇਸ ਇਕੋਨਮੀ ਜਦੋਂ ਹਿੱਲੀ ਹੈ ਉਹਦੇ 'ਚ ਉਹਨਾਂ ਨੇ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹਦੇ ਵਿੱਚ ਹੈਗਾ ਕਿ ਗਰੀਬ ਕਲਿਆਣ ਯੋਜਨਾ ਦੇ ਵਿੱਚ ਅਨਾਜ ਜਿਹੜਾ ਦੇਣਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਵਿਅਕਤੀ ਨੂੰ ਆਪਣਾ ਜਿਹੜਾ ਹੈਗਾ ਅਨਾਜ ਮਿਲਣਾ ਚਾਹੀਦਾ। ਸਵਾਲ ਹੈਗਾ ਸਿੱਧਾ ਅਨਾਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਜਿਹੜੇ ਜਿਹਦੇ ਕੋਲ ਰਾਸ਼ਨ ਕਾਰਡ ਨਹੀਂ ਹੈ ਉਹਨਾਂ ਨੂੰ ਵੀ ਦਿੱਤਾ। ਲੇਕਿਨ ਵਿਡੰਬਨਾ ਹੈ ਕਿ ਪ੍ਰਦੇਸ਼ ਦੀ ਸਰਕਾਰ ਖਾਸ ਕਰਕੇ ਕੈਪਟਨ ਸਾਹਿਬ ਨੇ ਉਹ ਅਨਾਜ ਹਾਲੇ ਤੱਕ ਵੀ ਪੂਰਾ ਨਹੀਂ ਵੰਡਿਆ। ਤੁਸੀਂ ਇਹ ਦੇਖੋ ਕਿ ਜਿਹੜੇ ਕਾਰਡ ਜਿਹੜੇ ਹੈਗੇ ਜਿਹਨਾਂ ਕੋਲ ਕਾਰਡ ਨਹੀਂ ਹੈ ਉਹਨਾਂ ਦਾ ਵੀ ਮੁਫਤ ਅਨਾਜ ਆਇਆ ਹੋਇਆ, ਉਹ ਤੁਸੀਂ ਵੰਡੋ ਆ ਕੇ। ਲੇਕਿਨ ਹਾਲਾਤ ਇਹ ਹੈ ਕਿ ਜਿਹੜੇ ਇਹਨਾਂ ਨੇ 14 ਲੱਖ ਕਲੇਮ ਕਰਦੇ ਆ ਕਿ ਵੀ ਬੋਰੀਆਂ 'ਤੇ ਕੈਪਟਨ ਸਾਹਿਬ ਦੀ ਫੋਟੋ ਲੱਗੀ ਹੈ, ਉਹ ਕਿੱਥੇ ਗਿਆ? ਲੋਕਾਂ ਨੂੰ ਪੁੱਛੋ, ਉਹ ਵੰਡਿਆ ਨਹੀਂ ਗਿਆ ਉਹਨਾਂ ਨੇ। ਸੋ ਮੋਦੀ ਸਰਕਾਰ ਨੇ ਜੋ ਕੁਝ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਉਹ ਬੈਸਟ ਪੋਸੀਬਲ ਕਰਨ ਦੀ ਕੋਸ਼ਿਸ਼ ਕੀਤੀ ਹੈ 100%, ਕਿਉਂਕਿ ਨਹੀਂ ਪੋਸੀਬਲ ਜਦ ਇਕੋਨਮੀ ਸ਼ਟਰ ਹੋ ਗਈ ਹੈ। ਸੋ ਪਹਿਲਾਂ ਤਾਂ ਹੈਗਾ ਜਾਨ ਹੈ ਜਹਾਨ ਹੈ। ਸੋ ਉਸ ਨਾਤੇ ਜਿਹੜਾ ਹੈਗਾ ਕਿ ਵੀ ਅਸੀਂ ਪਹਿਲਾਂ ਜਾਨ ਬਚਾਓ, ਹੁਣ ਇਹ ਹੈਗਾ ਇਕੋਨਮੀ ਨੂੰ ਹੁਣ ਅਸੀਂ ਪਟੜੀ 'ਤੇ ਲਿਆਵਾਂਗੇ ਜੀ। ਕੀ ਹੁਣ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਕੋਈ ਉਪਰਾਲਾ ਕਰੇਗੀ ਨਾ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ? ਦੇਖੋ ਉਹਦੇ ਵਿੱਚ ਸਵਾਲ ਇਹ ਹੈਗਾ ਕਿ ਇਹ ਬਿਲਕੁਲ ਉਪਰਾਲਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਸ ਤਰ੍ਹਾਂ ਅਰਥ ਵਿਵਸਥਾ ਠੀਕ ਹੁੰਦੀ ਹੈ, ਪਟੜੀ 'ਤੇ ਆਉਂਦੀ ਹੈ ਤੇ ਜਿਹੜੀ ਹੈ ਰੋਜ਼ਗਾਰ ਮਿਲਣਾ ਸ਼ੁਰੂ ਹੋ ਜਾਏਗਾ ਜੀ। ਅੰਤ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਯੂਥ ਨੂੰ ਵੀ ਤੇ ਬਾਕੀ ਲੋਕਾਂ ਨੂੰ ਵੀ, ਕਿਉਂਕਿ ਹਜੇ ਵੀ ਕਰੋਨਾ ਦਾ ਜਿਹੜਾ ਸੰਤਾਪ ਹੈ ਉਹ ਲੋਕੀ ਹੰਡਾ ਰਿਹਾ ਤੇ ਮੈਨੂੰ ਲੱਗਦਾ ਕਿ ਲਾਈਫ ਟਾਈਮ ਤੱਕ ਸਾਡੇ ਨਾਲ ਰਹਿਣਾ ਵੀ ਹੈ। ਦੇਖੋ ਐਸਾ ਜਦ ਤੱਕ ਵੈਕਸੀਨ ਨਹੀਂ ਬਣਦੀ ਸੋ ਸਾਨੂੰ ਆਪਣੀ ਜੀਵਨ ਸ਼ੈਲੀ ਜਿਹੜੀ ਹੈਗੀ ਹੈ ਬਚਾਓ ਦੀ ਸ਼ੈਲੀ ਬਣਾਉਣੀ ਪਏਗੀ। ਪ੍ਰੋਟੈਕਸ਼ਨ ਇਜ਼ ਦਾ ਓਨਲੀ ਕਿਉਰ, ਪ੍ਰੀਵੈਂਸ਼ਨ ਇਜ਼ ਦਾ ਓਨਲੀ ਕਿਉਰ। ਸੋ ਉਸ ਨਾਤੇ ਜਿਹੜਾ ਹੈਗਾ ਅਸੀਂ ਮਾਸਕ ਪਹਿਨੀਏ ਔਰ ਸੋਸ਼ਲ ਡਿਸਟੈਂਸਿੰਗ ਕਰੀਏ। ਔਰ ਖਾਸ ਕਰਕੇ ਜਿਹੜਾ ਹੈਗਾ ਤੁਸੀਂ ਇਹੋ ਜਿਹੀ ਚੀਜ਼ ਨਾ ਖਾਓ ਜਿਹਦੇ ਨਾਲ ਗਲਾ ਖਰਾਬ ਹੋਵੇ, ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਵੀ ਕੋਈ ਨਾ ਕੋਈ ਲੱਗੇ ਕਿ ਵੀ ਸਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਵੀਕ ਹੋ ਰਿਹਾ। ਰਾਦਰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ ਅਜਿਹੀਆਂ ਚੀਜ਼ਾਂ, ਕਿਉਂਕਿ ਆਯੁਰਵੇਦ ਦੇ ਵਿੱਚ ਹੈਗਾ ਆਮਲਾ ਹੈਗਾ, ਤੁਲਸੀ ਹੈ, ਸੋ ਕਾੜਾ ਬਣਾ ਕੇ ਪੀਓ। ਸੋ ਤਾਂ ਜੋ ਜਿਹੜਾ ਹੈਗਾ ਅਸੀਂ ਇੱਥੋਂ ਬਚਾਓ ਕੀਤਾ ਜਾਵੇ। ਔਰ ਸਾਨੂੰ ਇਸ ਤਰ੍ਹਾਂ ਹੀ ਜੀਣਾ ਪਏਗਾ ਜਦ ਤੱਕ ਜਿਹੜੀ ਹੈ ਦੁਨੀਆ ਦੇ ਵਿੱਚ ਵੈਕਸੀਨ ਇਜਾਦ ਨਹੀਂ ਹੁੰਦੀ। ਸ਼ੁਕਰੀਆ ਸਰ।
ਸੋ ਸਾਡੇ ਨਾਲ ਇਹ ਸਨ ਮਨੋਰੰਜਨ ਕਾਲੀਆ ਜੀ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਵਜੋਤ ਸਿੰਘ ਹੋਰਾਂ ਦਾ ਪੱਖ ਦਾ ਮੁੱਦਾ ਹੈ, ਕਿਉਂਕਿ ਹਰ ਵਾਰੀ ਉਹ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਚਾਹੇ ਉਹ ਨਾਰਾਜ਼ਗੀ ਨੂੰ ਲੈ ਕੇ ਰਹਿਣ ਤੇ ਚਾਹੇ ਹੁਣ ਅਫਵਾਹ ਜਿਹੜੀ ਆ ਪਾਰਟੀ ਨੂੰ ਬਦਲਣ ਦੀ ਆ ਉਹ ਕੀਤੀ ਜਾ ਰਹੀ ਹੈ। ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਜਾਂ ਨਹੀਂ। ਉਨੀ ਦੇਰ ਲਈ ਮੈਨੂੰ ਕੀਰਤੀ ਤੇ ਕੈਮਰਾਮੈਨ ਅੰਮ੍ਰਿਤ ਨੂੰ ਦਿਓ ਇਜਾਜ਼ਤ। ਧੰਨਵਾਦ।